ਨਵਜੋਤ ਕੌਰ ਨੇ ਵੀ ਕੈਪਟਨ ਦੇ ਉੱਪਰ ਹਮਲਾ ਬੋਲਿਆ। ਉਹਨੇ ਕਿਹਾ ਕਿ ਜੇਕਰ 4.5 ਸਾਲਾਂ ਦੇ ਵਿੱਚ ਕੰਮ ਕੀਤਾ ਹੁੰਦਾ ਤਾਂ ਆਪਣੀ ਪਾਰਟੀ ਬਣਾਉਣ ਦੀ ਜ਼ਰੂਰਤ ਨਹੀਂ ਪੈਣੀ ਸੀ। ਕੈਪਟਨ ਅਮਰਿੰਦਰ ਸਿੰਘ ਨੂੰ 4.5 ਸਾਲਾਂ ਦੇ ਵਿੱਚ ਲੋਕਾਂ ਦੇ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਜੇ ਕੰਮ ਕੀਤਾ ਹੁੰਦਾ ਤਾਂ ਮੁੱਖ ਮੰਤਰੀ ਨਾ ਬਦਲਣਾ ਪੈਂਦਾ। ਤਾਂ ਇੱਕ ਤੋਂ ਬਾਅਦ ਇੱਕ ਹੁਣ ਜਿਹੜੇ ਰਿਐਕਸ਼ਨਸ ਨੇ, ਜਿਹੜੇ ਸਿਆਸੀ ਪ੍ਰਤੀਕਰਮ ਨੇ, ਉਹ ਵੀ ਹੁਣ ਸ਼ੁਰੂ ਹੋ ਗਏ ਨੇ। ਤਾਂ ਰੰਧਾਵਾ ਤੋਂ ਬਾਅਦ ਨਵਜੋਤ ਕੌਰ ਵੀ ਗਰਜੇ ਨੇ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧ ਦੇ ਵਿੱਚ। ਉਹਨਾਂ ਨੇ ਕਿਹਾ ਕਿ ਜੇਕਰ ਆਪਣੇ ਕਾਰਜਕਾਲ ਜਿਹੜਾ ਕਿ 4.5 ਸਾਲ ਦਾ ਬਤੌਰ ਮੁੱਖ ਮੰਤਰੀ ਉਹਨਾਂ ਦਾ ਕਾਰਜਕਾਲ ਸੀ, ਜੇਕਰ ਉਹਨਾਂ ਨੇ ਕੰਮ ਕੀਤੇ ਹੁੰਦੇ ਤਾਂ ਉਹਨਾਂ ਨੂੰ ਦੁਬਾਰਾ ਅੱਜ ਪਾਰਟੀ ਬਣਾਉਣ ਦੀ ਜ਼ਰੂਰਤ ਨਾ ਪੈਂਦੀ। 4.5 ਸਾਲਾਂ ਦੇ ਵਿੱਚ ਲੋਕਾਂ ਦੇ ਨਾਲ ਕੀਤੇ ਵਾਅਦੇ ਉਹਨਾਂ ਦੇ ਵੱਲੋਂ ਪੂਰੇ ਨਹੀਂ ਕੀਤੇ ਗਏ। ਜੇ ਕੰਮ ਕੀਤਾ ਹੁੰਦਾ ਤਾਂ ਮੁੱਖ ਮੰਤਰੀ ਵੀ ਸ਼ਾਇਦ ਨਾ ਬਦਲਣਾ ਪੈਂਦਾ। ਹੋਰ ਕੀ ਕੁਝ ਕਿਹਾ ਨਵਜੋਤ ਕੌਰ ਨੇ ਕੈਪਟਨ ਦੇ ਬਾਰੇ, ਉਹ ਵੀ ਤੁਹਾਨੂੰ ਸੁਣਾਉਂਦੇ ਹਾਂ। फोन करके बुलाया जा रहा है भी प्लीज तुसी आ जाओ। सो बाकी देख लेने हर बंदे नूं हक है। मैं तो क्या जिहड़ा बंदा हुण 4.5 साल पहला बाहर निकलिया नहीं, ਉਹਨੂੰ ਸਡਨਲੀ ਜਦੋਂ ਕਹਿਤਾ ਵੀ ਤੁਸੀਂ ਆਰਾਮ ਕਰ ਲਓ, ਉਦੋਂ ਉਹਨਾਂ ਨੂੰ ਯਾਦ ਆ ਗਿਆ ਮੈਂ ਪਾਰਟੀ ਬਣਾ ਲਾਂ। ਪਾਰਟੀ ਤਾਂ ਆਲਰੇਡੀ ਉਹਨਾਂ ਕੋਲ ਸੀਗੀ। ਸੋ ਜੇ ਪਾਰਟੀ ਦਾ ਕੰਮ ਕਰਨਾ ਸੀਗਾ ਤੇ 4.5 ਸਾਲ ਕੰਮ ਕਰ ਲੈਂਦੇ। ਹੁਣ ਉਸ ਤੋਂ ਬਾਅਦ ਵੀ ਤਾਂ ਬਾਕੀ ਲੋਕ ਕੰਮ ਕਰ ਹੀ ਰਹੇ ਆ ਨਾ। ਪਰ ਮੈਡਮ ਕਾਰਨ ਕੀ ਹੈ ਕਿ ਨਵਜੋਤ ਸਿੰਘ ਸਿੱਧੂ ਦੀ ਦੂਰੀਆਂ ਕਰਕੇ ਹੀ ਕੈਪਟਨ ਅਮਰਿੰਦਰ ਸਿੰਘ ਬਾਹਰ ਹੋਏ? ਨਹੀਂ, ਬਿਲਕੁਲ ਐ ਨਹੀਂ ਹੁੰਦਾ। ਤੁਹਾਨੂੰ ਵੀ ਪਤਾ ਹੈ ਵੀ 3 ਵਾਰ ਐਡੀ ਵੱਡੀ ਡਿਸੀਜਨ ਲੈਣ ਲਈ 3 ਵਾਰ ਸਾਰੇ ਐਮਐਲਏਜ਼ ਨੂੰ ਬੁਲਾਇਆ ਗਿਆ। 99% ਐਮਐਲਏਜ਼ ਨੇ ਕਿਹਾ ਕਿ ਸਾਨੂੰ ਇਹਨਾਂ ਨੂੰ ਉਤਾਰ ਦਿਓ, ਨਹੀਂ ਤਾਂ ਅਸੀਂ ਹਾਰ ਜਾਾਂਗੇ। ਸਾਡਾ ਆਉਣ ਵਾਲੀ ਇਲੈਕਸ਼ਨਸ ਕੋਈ ਵਜੂਦ ਨਹੀਂ ਰਹਿਣਾ, ਕਿਉਂਕਿ ਸਾਡੇ ਕੋਲ 4.5 ਸਾਲ ਜੋ ਅਸੀਂ ਵਾਅਦੇ ਕੀਤੇ ਸੀ ਉਹਨਾਂ 'ਚੋਂ ਅਸੀਂ ਕੋਈ ਵੀ ਪੂਰੇ ਨਹੀਂ ਕਰ ਸਕੇ। ਜੇ ਇੰਨਾ ਸ਼ੌਕ ਸੀਗਾ ਤਾਂ ਪਹਿਲਾਂ ਕੰਮ ਕਰ ਲੈਂਦੇ, ਪਹਿਲਾਂ ਵਾਅਦੇ ਪੂਰੇ ਕਰ ਲੈਂਦੇ, ਤਾਂ ਕਿ ਅਸੀਂ ਤਾਂ ਆਪ ਚਾਹੁੰਦੇ ਸੀ ਵੀ ਆਰਾਮ ਨਾਲ ਬੈਠੇ ਬੈਠੇ ਸੀਐਮ ਬਣ ਜਾਣ। ਕੌਣ ਨਹੀਂ ਸੀ ਚਾਹੁੰਦਾ ਵੀ ਜਿਹੜਾ ਸੀਐਮ ਹੈ ਉਹੀ ਸੀਐਮ ਕੰਟੀਨਿਊ ਕਰ ਲੇ, ਪਰ ਜੋ ਕੰਮ ਹੈ, ਜੋ ਵਾਅਦੇ ਹੈ, ਉਹ ਤਾਂ ਪੂਰੇ ਕਰ ਦੋ ਨਾ। ਕਾਰਨ ਕੀ ਨਵਜੋਤ ਸਿੰਘ ਸਿੱਧੂ ਉਹਨਾਂ ਦੇ ਨਾਲ ਇੰਨੀ ਤਲਖੀ ਕਿਉਂ ਇਹਨਾਂ ਦੀ? ਕਿਉਂਕਿ ਉਹ ਇੱਕੋ ਬੰਦੇ ਨੂੰ ਜ਼ਿੰਮੇਵਾਰ ਠਹਿਰਾ ਰਹੇ। ਨਵਜੋਤ ਸਿੰਘ ਸਿੱਧੂ ਕਹਿ ਰਹੇ ਨੇ ਇਹਨਾਂ ਨੂੰ ਮੈਂ ਹੁਣ ਅੱਗੇ ਨਹੀਂ ਵਧਣ ਦੇਣਾ, ਮੈਂ ਇਹਨਾਂ ਦੇ ਖਿਲਾਫ। ਦੇਖੋ, ਇਹਨਾਂ ਕੋਈ ਬੰਦਾ ਜ਼ਿੰਦਗੀ 'ਚ ਇਹੋ ਜਿਹਾ ਪੈਦਾ ਨਹੀਂ ਹੋਇਆ ਜਿਹੜਾ ਕਿਸੇ ਨੂੰ ਅੱਗੇ ਵਧਣ ਤੋਂ ਰੋਕ ਸਕੇ। ਪਹਿਲੀ ਗੱਲ ਤਾਂ ਇਹ ਹੈ, ਉਹ ਵੀ ਸਿਆਸਤ ਦੇ ਵਿੱਚ। ਐਂਡ ਉਹ ਬੰਦੇ ਨੂੰ ਤਾਂ ਕਮੈਂਟ ਹੀ ਨਹੀਂ ਕਰਨਾ ਚਾਹੀਦਾ ਜਿਹਨੂੰ ਸਾਰੇ ਐਮਐਲਏ ਛੱਡ ਕੇ ਚਲੇ ਗਏ, ਜਿਹਦੇ ਓਐਸਡੀ ਵੀ ਉਹਨੂੰ ਆਪੇ ਛੱਡ ਕੇ ਚਲੇ ਗਏ। ਸੋ ਜੇ ਪਹਿਲਾਂ ਕੋਈ ਕੰਮ ਨਹੀਂ ਕੀਤਾ, ਉਹ ਕੀ ਦੱਸਣਗੇ ਲੋਕਾਂ ਨੂੰ? 4 ਸਾਲ ਬਾਅਦ ਮੁੱਦੇ ਯਾਦ ਆ ਗਏ ਉਹਨਾਂ ਨੂੰ। ਹਾਂ, ਮੈਂ ਉਹੀ ਤਾਂ ਕਹਿ ਰਹੀ ਹਾਂ ਵੀ ਜਿਹੜੇ ਬੰਦੇ ਨੇ 4.5 ਸਾਲ ਡੱਕਾ ਨਹੀਂ ਤੋੜਿਆ, ਜਿਹੜਾ ਮਿਲਿਆ ਹੀ ਨਹੀਂ, ਜਿਹੜਾ ਆਪਣੇ ਮਹਿਲ ਚੋਂ ਨਹੀਂ ਬਾਹਰ ਨਿਕਲਿਆ, ਜਿਹੜਾ ਸਰਕਾਰੀ ਰਿਹਾਇਸ਼ ਛੱਡ ਕੇ ਭੱਜ ਗਿਆ ਸੀ, ਮੰਤਰੀਆਂ ਨੂੰ ਟਾਈਮ ਨਹੀਂ ਦਿੱਤਾ, ਉਹਨੂੰ ਹੁਣ ਕਿੱਥੋਂ ਯਾਦ ਆ ਗਿਆ ਕਿ ਮੈਂ ਕੰਮ ਕਰ ਲੂੰਗਾ? ਮੈਂ ਤਾਂ ਜਿਹੜੀਆਂ ਫਾਰਮ ਲਾਜ਼ ਹੈਗੀਆਂ, BKU ਦੇ ਪ੍ਰਧਾਨ ਹੈ, ਕਿਸਾਨ ਵਾਲੇ ਯੂਨੀਅਨ ਵਾਲੇ, ਉਹ ਕਹਿੰਦੇ ਅਸੀਂ ਕੋਈ ਕੈਪਟਨ ਸਾਹਿਬ ਨਾਲ ਸਾਡੀ ਗੱਲ ਨਹੀਂ ਹੋਈ, ਅਸੀਂ ਕੋਈ ਵੀ ਕੰਪਰੋਮਾਈਜ਼ ਲਈ ਤਿਆਰ ਨਹੀਂ ਹਾਂ। ਅਸੀਂ ਪਹਿਲਾਂ ਵੀ ਬੈਠੇ ਸੀ, ਸਿਰਫ ਸਾਡੇ ਮੁੱਦੇ ਭਟਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਅਸੀਂ ਇਹ ਫਾਰਮ ਲਾਜ਼ ਨੂੰ ਕੈਂਸਲ ਕਰਾਉਣਾ ਹੈ, ਜਦੋਂ ਕਿ ਕੈਪਟਨ ਸਾਹਿਬ ਇਹ ਕਹਿ ਰਹੇ ਹਨ ਕਿ ਮੈਂ ਰਲ ਕੇ ਕਿਸਾਨਾਂ ਨੂੰ ਮਨਾ ਲੂੰਗਾ ਕਿ ਮੈਂ ਇਹਦੇ ਵਿੱਚ ਸ਼ੋਧ ਕਰ ਦੂੰਗਾ। ਜੇ ਕੈਪਟਨ ਸਾਹਿਬ ਕਰਾ ਗਏ ਫਿਰ ਕੈਪਟਨ ਸਾਹਿਬ ਦੀ ਜਿੱਤ ਹੈ। ਜਦੋਂ ਮੈਂ ਕਹਿੰਨੀ ਆ, ਜਦੋਂ ਕਿਸਾਨ ਯੂਨੀਅਨ ਵਾਲੇ ਤਿਆਰ ਹੀ ਨਹੀਂ ਸ਼ੋਧ ਕਰਨ ਨੂੰ, ਉਸ ਪਹਿਲੇ ਦਿਨ ਤੋਂ ਕਹਿ ਰਹੇ ਹੈ ਇੰਨੀ ਦੇਰ ਸੌਖਾ ਆਪਣੇ ਘਰ-ਬਾਰ ਛੱਡ ਕੇ, ਸਾਲ ਹੋ ਗਿਆ ਉੱਥੇ ਸੜਕ ਤੇ ਬੈਠਣਾ। ਸੇ ਜੋ ਉਹਨਾਂ ਨੇ ਆਪ ਹੀ ਕਮੈਂਟ ਕਰਤਾ ਸਾਰੀਆਂ ਬਾਡੀਜ਼ ਨੇ ਵੀ ਸਾਡੀ ਕੋਈ ਕੈਪਟਨ ਸਾਹਿਬ ਨਾਲ ਗੱਲ ਨਹੀਂ ਹੋਈ। ਅਸੀਂ ਉਦੋਂ ਤੱਕ ਨਹੀਂ ਹਿਲਣਾ ਜਦੋਂ ਤੱਕ ਸਾਡੀਆਂ ਲਾਜ਼ ਕੈਂਸਲ ਨਹੀਂ। ਪਰ ਕੈਪਟਨ ਕਿਉਂ ਕਹਿ ਰਹੇ ਨੇ ਇਦਾਂ? ਬਣਾ ਰਹੇ ਨੇ, ਉਹ ਕਹਿ ਰਹੇ ਨੇ ਕਿ ਇੱਕ ਤੇ ਕਹਿ ਰਹੇ ਸਿੱਧੂ ਸਾਹਿਬ ਦਾ ਵਿਰੋਧ ਕਰਨਾ, ਕਿਤੇ ਇਸ ਤਰ੍ਹਾਂ ਨਹੀਂ ਕਿ ਕੈਪਟਨ ਸਿੱਧੂ ਸਾਹਿਬ ਵੀ ਪਟਿਆਲੇ ਤੋਂ ਇਲੈਕਸ਼ਨ ਲੜ ਲੈਣਗੇ। ਉਹ ਸਾਡੀ ਮਰਜ਼ੀ, ਅਸੀਂ ਜੋ ਮਰਜ਼ੀ ਕਰੀਏ। ਮੈਂ ਤਾਂ ਕਹਿੰਨੀ ਆ ਕੈਪਟਨ ਸਾਹਿਬ ਜਿਹੜੀ ਮਰਜ਼ੀ ਸੀਟ ਤੇ ਆ ਜਾਣ, ਜਿੱਥੇ ਮਰਜ਼ੀ ਕਹਿ ਦੇ। ਹਰ ਬੰਦੇ ਨੂੰ ਹੱਕ ਹੈ। ਨਹੀਂ, ਕਾਂਗਰਸ ਦੀ ਸੀਟ ਕਿਉਂ ਵੇਲੀ ਹੋਊਗੀ? ਉਹਨਾਂ ਦੀ ਫੈਮਿਲੀ ਹਜੇ ਕਾਂਗਰਸ 'ਚ ਹੈ। ਉਹਨਾਂ ਦੀ ਬੇਟੀ ਹੈ ਜया, ਬਹੁਤ ਅੱਛਾ ਕੰਮ ਕਰਦੀ ਹੈ, ਤਿਆਰੀ ਵੀ ਕਰ ਰਹੀ ਹੈ, ਸ਼ੁਰੂ ਤੋਂ ਤਿਆਰੀ ਕਰ ਰਹੀ ਹੈ। ਮੈਡਮ ਪ੍ਰਨੀਤ ਕੌਰ ਨੇ ਤਾਂ ਪਹਿਲਾਂ ਹੀ ਕਹਿਤਾ ਮੈਂ ਕਾਂਗਰਸ 'ਚ ਮੈਂ ਨਹੀਂ ਜਾਊਂਗੀ, ਤੇ ਉਹਨਾਂ ਦੀ ਬੇਟੀ ਜया ਸ਼ੁਰੂ ਤੋਂ ਕਾਂਗਰਸ ਲਈ ਕੰਮ ਕਰਦੀ ਰਹੀ ਹੈ, ਕਾਂਗਰਸ ਦੇ ਬੂਥ ਦੀ ਮੀਟਿੰਗ ਲੈਤੀ ਹੈ। ਆਲਮ ਦਾ ਕਹਿੰਦੇ ਮੁੱਦਾ ਪੰਜਾਬ ਦਾ ਮੁੱਦਾ ਨਹੀਂ ਹੈ, ਪੰਜਾਬ ਦੇ ਹੋਰ ਕਈ ਮੁੱਦੇ ਨੇ, ਉਸ ਨੂੰ ਲੈ ਕੇ ਕਿਵੇਂ ਦੇਖਦੇ ਹੋ? ਕਿਉਂਕਿ ਇੱਕ ਦੂਜੇ ਨੂੰ ਟਵੀਟ ਕੀਤਾ ਜਾ ਰਿਹਾ ਹੈ। ਅੱਜ ਜਿਹੜੀਆਂ ਬੀਤੇ ਦਿਨੀ 8 ਤਸਵੀਰਾਂ ਵੀ ਵਾਇਰਲ ਕੀਤੀਆਂ ਗਈਆਂ, ਸੋਨੀਆ ਗਾਂਧੀ ਹੋਰਾਂ ਦੇ ਨਾਲ ਤਸਵੀਰ ਜਾਰੀ ਕੀਤੀ। ਦੇਖੋ, ਮੈਂ ਵੀ ਇਹੀ ਕਹਿ ਰਹੀ ਹਾਂ ਕਿ ਆਪਣੇ ਕੋਲ ਬਹੁਤ ਵੱਡੇ ਮੁੱਦੇ ਹੈ। ਹਜੇ
ਹਜੇ ਪੰਜਾਬ ਦੇ ਵਿੱਚ ਇੱਕ ਹੋਰ ਪੰਜਾਬ ਸਟੇਟ ਬਣ ਚੁੱਕੀ ਹੈ। ਹਜੇ ਆਪਣਾ ਸਾਰਿਆਂ ਨੂੰ ਪਤਾ ਹੈ ਵੀ ਜਿਹੜੇ 14 ਪੁਆਇੰਟ ਏਜੰਡਾ ਲੈ ਕੇ ਚੱਲੇ ਸੀ ਉਹਨਾਂ ਚੋਂ ਕਈ ਏਜੰਡੇ ਪੂਰੇ ਹੋਏ ਹੈ। ਹਜੇ ਤਾਂ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾਇਆ ਗਿਆ ਹੈ ਜਿਹਦੇ ਵਿੱਚ ਅਸੀਂ ਫਾਰਮ ਲਾਜ਼ ਦੇ ਅਗੇਂਸਟ ਕਰਨ ਲੱਗੇ ਹਾਂ ਪਾਸ ਕਰਕੇ। ਆ ਜਿਹੜਾ ਸਟੇਟ ਦੇ ਵਿੱਚ ਸਟੇਟ BSF ਲੈ ਕੇ ਆਏ ਹੈ ਉਹਦੇ ਅਗੇਂਸਟ ਸਾਰੀ ਵਿਧਾਨ ਸਭਾ ਬੈਠਣ ਲੱਗੀ ਹੈ ਜਿੱਥੇ ਸਾਰੇ ਇਕੱਠੇ ਹੋ ਕੇ ਕਹਿਣ ਲੱਗੇ ਹੈ। ਸਾਡੇ ਕੋਲ ਅੱਜ ਡਰੱਗਸ ਦਾ ਮੁੱਦਾ ਕੀ ਪਤਾ ਹਾਈ ਕੋਰਟ 'ਚ ਅੱਜ ਖੁੱਲ ਗਿਆ ਹੋਵੇ। ਸੋ ਬਹੁਤ ਵੱਡੇ ਮੁੱਦੇ ਆ ਹਜੇ ਕੰਮ ਕਰਨ ਵਾਲੇ। ਸੋਨੀਆ ਗਾਂਧੀ ਨੂੰ ਵੀ ਮਿਲ ਰਹੇ ਨੇ, ਅੱਜ ਸੋਨੀਆ ਗਾਂਧੀ ਨੂੰ ਵੀ ਮਿਲ ਰਹੇ ਨੇ ਨਵਜੋਤ ਸਿੰਘ ਸਿੱਧੂ। ਸੋਨੀਆ ਗਾਂਧੀ ਜੀ ਨੇ ਸਾਰੇ ਕਾਫੀ ਪ੍ਰੈਜ਼ੀਡੈਂਟਸ ਨੂੰ ਤੇ ਕਾਫੀ ਲੋਕਾਂ ਨੂੰ ਬੁਲਾਇਆ ਹੈ ਕਿਉਂਕਿ ਪਾਰਟੀ ਦੀ ਸਟ੍ਰੈਟਜੀ ਹਮੇਸ਼ਾ ਇਲੈਕਸ਼ਨਸ ਦੀ ਹੁੰਦੀ ਹੈ। ਗਰਾਊਂਡ ਲੈਵਲ ਦੀ ਸਿਚੁਏਸ਼ਨ ਬਾਰੇ ਦੱਸਣਾ, ਕਿੰਨੇ ਕੰਮ ਸਾਡੇ ਹੋ ਗਏ ਪੂਰੇ, ਕਿੰਨੇ ਸਾਡੇ ਰਹਿ ਗਏ, ਉਹਦੀ ਡਿਸਕਸ਼ਨ ਹੋਣ ਲੱਗੀ ਹੈ। ਦੇ ਰਹੇ ਨੇ ਕਿਉਂਕਿ ਮੰਡੀਆਂ 'ਚ ਹਾਲਾਤ ਦੇਖ ਰਹੇ ਹੋ, ਗਿਰਦਾਵਰੀਆਂ ਨਹੀਂ ਹੋ ਰਹੀਆਂ। ਜਿਹੜੀ ਕਿਸਾਨਾਂ ਦੀ ਫਸਲ ਖਰਾਬ ਹੋਈ ਹੈ, ਜਿਹੜੀ ਫਸਲ ਖਰਾਬ ਹੋਈ ਹੈ, ਗੜੇ ਪਏ ਸੀਗੇ ਉਸ ਨੂੰ। ਤਾਂ ਇੱਕ ਤੋਂ ਬਾਅਦ ਇਹ ਕੈਪਟਨ ਅਮਰਿੰਦਰ ਸਿੰਘ ਦੇ ਉੱਪਰ ਜਿਹੜੇ ਨੇ ਨਿਸ਼ਾਨੇ ਸਾਧੇ ਜਾ ਰਹੇ ਨੇ। ਰੰਧਾਵਾ ਤੋਂ ਬਾਅਦ ਨਵਜੋਤ ਸੰਘਰਸ਼ ਲਗਾਤਾਰ ਜਾਰੀ ਹੈ। ਕਦੇ ਬੰਦ ਬੁਲਾਇਆ ਜਾਂਦਾ ਹੈ, ਕਦੇ ਵੱਖ-ਵੱਖ ਤਰੀਕੇ ਪ੍ਰਦਰਸ਼ਨ ਕੀਤੇ ਜਾਂਦੇ ਨੇ ਤਾਂ ਕਿ ਕੇਂਦਰ ਸਰਕਾਰ ਤੱਕ ਆਵਾਜ਼ ਪਹੁੰਚਾਈ ਜਾ ਸਕੇ। ਕਿਸਾਨ ਇੱਕ ਵਾਰ ਫਿਰ ਤੋਂ ਹਰ ਦਫ਼ਤਰ ਦੇ ਬਾਹਰ, DC ਦਫ਼ਤਰਾਂ ਦੇ ਬਾਹਰ ਪੂਰੇ ਦੇਸ਼ ਭਰ ਪ੍ਰਦਰਸ਼ਨ ਕਰ ਰਹੇ ਨੇ। ਪੰਜਾਬ ਦੇ ਵਿੱਚ ਵੀ ਪ੍ਰਦਰਸ਼ਨ ਚੱਲ ਰਿਹਾ ਤੇ ਆਖਿਰੀ ਲੜਾਈ ਕਦੋਂ ਜਾ ਕੇ ਪੂਰੀ ਹੋਵੇਗੀ। ਸਾਡੇ ਨਾਲ ਭਾਰਤ ਭੂਸ਼ਣ ਆਸ਼ੂ ਨੇ, ਪੰਜਾਬ ਦੇ ਕੈਬਨਿਟ ਮੰਤਰੀ ਨੇ, ਇਸ ਕਰਕੇ ਸਾਡੇ ਨਾਲ ਨੇ ਕਿਉਂਕਿ ਕਿਸਾਨੀ ਨਾਲ ਸਿੱਧੇ ਤੌਰ ਤੇ ਜੁੜੇ ਹੋਏ ਨੇ। ਖੇਤੀ ਤੋਂ ਬਾਅਦ ਜਿਹੜੀ ਫਸਲ ਹੈ ਖੇਤੀ ਦੀ ਉਹ ਸੰਭਾਲਣ ਦੀ ਕਿਉਂਕਿ ਜ਼ਿੰਮੇਵਾਰੀ ਇਹਨਾਂ ਦੀ ਹੈ ਤੇ ਕਿਸਾਨ ਦਾ ਦਰਦ ਭਲੀ ਭਾਂਤ ਸਮਝ ਸਕਦੇ। ਆਸ਼ੂ ਜੀ, ਕਿਸਾਨ ਲਗਾਤਾਰ ਸੜਕਾਂ ਤੇ, ਬਾਰਡਰਾਂ ਤੇ, ਹੁਣ DC ਦਫ਼ਤਰਾਂ ਦੇ ਬਾਹਰ ਬੈਠਾ ਹੈ, ਲੱਗਦਾ ਕੋਈ ਗੱਲ ਨੇੜੇ ਲੱਗੇਗੀ? ਇਹ ਐਜੀਟੇਸ਼ਨ ਜਦੋਂ ਲੰਬਾ ਹੋ ਜਾਂਦਾ ਕਿਸੇ ਨਾ ਕਿਸੇ ਤਰੀਕੇ ਪ੍ਰੈਸ਼ਰ ਵਧਾਉਣ ਵਾਸਤੇ ਅਲੱਗ-ਅਲੱਗ ਤਰੀਕੇ ਨਾਲ ਕਾਲਸ ਆਉਂਦੀਆਂ, ਕਿਤੇ ਰੇਲ ਰੋਕੋ, ਕਿਸੇ ਤਰੀਕੇ DC ਰੈਜ਼ੀਡੈਂਸ ਘੇਰੋ, DC ਆਫਿਸ ਘੇਰੋ, ਉਹਨਾਂ ਨੂੰ ਮੈਮੋਰੈਂਡਮ ਦਿਓ ਤਾਂ ਕਿ ਆਵਾਜ਼ ਜਿਹੜੀ ਹੈ ਉਹ ਸੈਂਟਰ ਗਵਰਨਮੈਂਟ ਤਾਈਂ ਪਹੁੰਚ ਸਕੇ। ਕਿਉਂਕਿ ਜਿਹੜੇ DCs ਹੁੰਦੇ ਨੇ ਉਹ ਜਿੱਥੇ ਸਟੇਟ ਗਵਰਨਮੈਂਟ ਦੇ ਰਿਪਰੈਜ਼ੈਂਟੇਟਿਵ ਹੁੰਦੇ ਨੇ, ਨਾਲ ਸੈਂਟਰ ਗਵਰਨਮੈਂਟ ਦੇ ਵੀ ਉਹ ਨਾਲ ਹੁੰਦੇ ਆ। ਬੇਸਿਕਲੀ ਆਵਾਜ਼ ਤਾਂ ਇਹੀ ਵੀ ਉਹ ਤਿੰਨੋਂ ਲਾਜ਼ ਰਿਪੀਲ ਕਰਨੇ ਚਾਹੀਦੇ ਹੈ। ਐਡਾ ਲੰਬਾ ਹੋ ਗਿਆ, ਥੋੜਾ ਸੈਂਸਿਟਿਵ ਹੋਣਾ ਚਾਹੀਦਾ ਸਰਕਾਰਾਂ ਨੂੰ ਕਿਉਂਕਿ ਸਰਕਾਰਾਂ ਤਾਂ ਰਿਫਲੈਕਸ਼ਨ ਹੈ ਪਬਲਿਕ ਓਪੀਨੀਅਨ ਦਾ। ਅਗਰ ਓਪੀਨੀਅਨ ਇੰਨਾ ਉਲਟ ਹੈ ਇਹਨਾਂ ਤਿੰਨੋਂ ਕਾਨੂੰਨ ਦੇ ਤਾਂ ਕੀ ਵਜ੍ਹਾ ਹੈ, ਕਿਸ ਕਰਕੇ ਉਹ ਰਿਪੀਲ ਨਹੀਂ ਹੋ ਰਹੇ? ਇਮੀਡੀਏਟ ਉਹਦੇ ਤੇ ਕੋਈ ਨਾ ਕੋਈ ਹੋਣਾ ਚਾਹੀਦਾ। ਗੱਲਬਾਤ ਤੁਹਾਡੀ ਟੁੱਟੀ ਹੋਈ। ਆਸ਼ੂ ਜੀ, ਕਿਸਾਨ ਤਾਂ ਬੇਸ਼ੱਕ ਸੰਘਰਸ਼ ਲਗਾਤਾਰ ਕਰ ਰਹੇ ਆ ਪਰ ਉਹ ਕਹਿੰਦੇ ਨੇ ਕਿ ਪੰਜਾਬ ਸਰਕਾਰ ਆਪਣੇ ਪੱਧਰ ਤੇ, ਕਿਉਂਕਿ ਸਰਕਾਰਾਂ ਨਾਲ ਗੱਲਬਾਤ ਛੇਤੀ ਕਰ ਲੈਂਦੀਆਂ। ਜਿਸ ਤਰ੍ਹਾਂ ਹੁਣ ਤੁਹਾਡੇ ਆਗੂ ਕੈਪਟਨ ਅਮਰਿੰਦਰ ਸਿੰਘ ਤੇ ਸਵਾਲ ਚੁੱਕ ਰਹੇ ਨੇ ਕਿ ਹੁਣ ਉਹ ਕਹਿੰਦੇ ਨੇ ਕਿ ਮੈਂ ਜਲਦੀ ਖਤਮ ਕਰਾ ਦਾਂਗਾ ਐਜੀਟੇਸ਼ਨ ਔਰ ਕੇਂਦਰ ਦੇ ਨਾਲ ਸਹਿਮਤੀ ਬਣ ਸਕਦੀ ਹੈ। ਤਾਂ 4.5 ਸਾਲ ਪਹਿਲਾਂ ਉਹਨਾਂ ਨੇ ਕਿਉਂ ਹਮਲਾ ਨਹੀਂ ਮਾਰਿਆ? ਤਾਂ ਕੀ ਹੁਣ ਤੁਹਾਡੀ ਸਰਕਾਰ, ਚੰਨੀ ਸਰਕਾਰ ਔਰ ਤੁਸੀਂ ਕੀ ਇਸ ਤਰ੍ਹਾਂ ਦਾ ਕੋਈ ਹਮਲਾ ਮਾਰੋਗੇ ਕਿ ਇਸ ਐਜੀਟੇਸ਼ਨ ਨੂੰ ਕਿਤੇ ਨਾ ਕਿਤੇ ਕਿਸਾਨਾਂ ਦੇ ਹੱਕ ਦੇ ਵਿੱਚ ਫੈਸਲਾ ਕਰਾਇਆ ਜਾ ਸਕੇ? ਇਹ ਤਾਂ ਬਿਲਕੁਲ ਹੀ ਹੁਣ ਕਲੀਅਰ ਹੈ। ਚੰਨੀ ਸਾਹਿਬ ਤਾਂ ਬਣਦੇ ਸਾਰ ਸਭ ਤੋਂ ਪਹਿਲਾਂ ਜਦੋਂ PM ਸਾਹਿਬ ਨੂੰ ਮਿਲਣ ਗਏ ਉਹਨਾਂ ਨੇ ਸਭ ਤੋਂ ਪਹਿਲੀ ਗੱਲ ਹੀ ਇਹ ਕਰੀ। ਹੁਣ ਤਾਂ ਸਭ ਤੋਂ ਪ੍ਰਾਇੋਰਟੀ ਹੋਈ ਕਿਸਾਨ ਐਜੀਟੇਸ਼ਨ ਹੈ ਕਿਉਂਕਿ ਤੁਸੀਂ ਸਾਰੇ ਸਮਝਦੇ ਹੋ ਵੀ ਪੰਜਾਬ ਜਿਹੜਾ ਬਿਲਕੁਲ ਐਗਰੀਰੀਅਨ ਸਟੇਟ ਹੈ, ਸਾਡੀ ਸਾਰੀ ਇਕਨੋਮੀ ਇਹਨਾਂ ਤੇ ਖੜੀ ਹੈ। ਇਹਨਾਂ ਨੇ ਮਿਹਨਤ ਕਰਨੀ ਹੈ। ਅਸੀਂ ਤਾਂ ਇਸ ਐਜੀਟੇਸ਼ਨ ਦੇ ਬਾਵਜੂਦ ਜਿਹੜੀਆਂ ਸੈਂਟਰ ਗਵਰਨਮੈਂਟ ਨੇ, ਤੁਸੀਂ ਵੀ ਜਾਣਦੇ ਹੋ, ਟਾਈਮ ਟੂ ਟਾਈਮ ਪਾਬੰਦੀਆਂ ਲਗਾਈਆਂ, ਉਹਨਾਂ ਦੇ ਵਿੱਚ ਉਹਨਾਂ ਪਾਬੰਦੀਆਂ ਨੂੰ ਸਹਿ ਕੇ ਵੀ ਜਿਹੜੀ ਪ੍ਰੋਕਿਉਰਮੈਂਟ ਆ ਉਹ ਅਸੀਂ ਫਲॉलेस ਰੱਖੀ ਹੈ। ਕਿਤੇ ਕਿਸੇ ਨੂੰ ਤਕਲੀਫ ਨਹੀਂ ਆਉਣ ਦਿੱਤੀ। ਜਿਹੜੀ ਇਸ ਵਾਰੀ ਤੁਸੀਂ ਮੇਰਾ ਖਿਆਲ ਇਹ ਕਾਲੇ ਕਾਨੂੰਨਾਂ ਦੀ ਗੱਲ ਨਹੀਂ ਸੀ ਕਰਦੇ ਹੋਣਾ, ਪ੍ਰੋਕਿਉਰਮੈਂਟ ਦੀ ਗੱਲ ਕਰਦੇ ਹੋਣਾ ਸੀ ਜੇ ਕਿਤੇ ਕੋਈ ਕਮੀ ਹੁੰਦੀ। ਅੱਜ ਪ੍ਰੋਕਿਉਰਮੈਂਟ 75 ਲੱਖ ਦੇ ਕਰੀਬ ਅਸੀਂ ਪ੍ਰੋਕਿਉਰ ਕਰ ਚੁੱਕੇ ਹਾਂ ਪੈਡੀ।